ਸਤਿ ਸ਼੍ਰੀ ਅਕਾਲ। मैं राकेश आनंद ਭਖਤ ਦੀਆਂ ਖਬਰਾਂ 'ਚ ਤੁਹਾਡਾ ਸਵਾਗਤ ਕਰਦਾ ਹਾਂ। ਇਸ ਪ੍ਰੋਗਰਾਮ 'ਚ ਸਾਡੀ ਕੋਸ਼ਿਸ਼ ਰਹਿੰਦੀ ਹੈ ਕਿ ਤੁਹਾਨੂੰ ਖਬਰ ਦੇ ਹਰ ਨੁਕਤੇ ਤੱਕ ਪਹੁੰਚਾਇਆ ਜਾਵੇ, ਹਰ ਖਬਰ ਦੀ ਗੰਭੀਰ ਚਰਚਾ ਕੀਤੀ ਜਾਵੇ ਤੇ ਉੱਪਰਲੀ ਸਤਹ ਤੱਕ ਖਬਰ ਦਾ ਵਿਚਾਰ ਚਰਚਾ ਨਾ ਕੀਤੀ ਜਾਵੇ ਤੇ ਤੁਹਾਨੂੰ ਤਹਿ ਤੱਕ ਪਹੁੰਚਾਉਣ ਦੀ ਕੋਸ਼ਿਸ਼ ਕੀਤੀ ਜਾਵੇ। ਔਰ ਇਸ ਪ੍ਰੋਗਰਾਮ 'ਚ ਸਾਡੇ ਨਾਲ ਮੌਜੂਦ ਰਹਿੰਦੇ ਨੇ ਉੱਘੇ ਪੰਜਾਬੀ ਸਾਹਿਤਕਾਰ, ਪੱਤਰਕਾਰ ਦੇਸਰਾਜ ਕਾਲੀ ਜੀ। ਕਾਲੀ ਜੀ, ਤੁਹਾਡਾ ਸਵਾਗਤ ਹੈ। ਮਿਹਰਬਾਨੀ। ਇਸ ਦੇ ਨਾਲ ਹੀ ਸਾਡੇ ਨਾਲ ਸਾਡੇ ਸਹਿਯੋਗੀ ਪੱਤਰਕਾਰ ਗੁਰਵਿੰਦਰ ਸੰਧੂ ਜੀ ਵੀ ਮੌਜੂਦ ਰਹਿੰਦੇ ਨੇ। ਸੰਧੂ ਜੀ, ਤੁਹਾਡਾ ਵੀ ਸਵਾਗਤ ਹੈ ਜੀ। ਮਿਹਰਬਾਨੀ। ਗੱਲ ਕਰਦੇ ਆ ਪੰਜਾਬ ਦੀ ਸਿਆਸਤ ਦੀ। ਬੇਅਦਬੀ ਮਾਮਲਾ ਤੇ ਇਸ ਤੋਂ ਬਾਅਦ ਜੋ ਪੰਜਾਬ ਦੇ ਵਿੱਚ ਚੱਲ ਰਿਹਾ ਹੈ ਉਸ ਨੇ ਪੰਜਾਬ ਦੀ ਸਿਆਸਤ ਨੂੰ ਇੱਕਦਮ ਗਰਮਾ ਕੇ ਰੱਖ ਦਿੱਤਾ ਹੈ। ਔਰ ਇਸ ਸਿਆਸਤ ਦੀ ਗਰਮੀ ਦਾ ਜਿਹੜਾ ਤਾਪ ਲੱਗ ਰਿਹਾ ਆ ਉਹ ਸਿੱਧੇ ਤੌਰ ਤੇ ਅਕਾਲੀ ਦਲ ਨੂੰ ਲੱਗ ਰਿਹਾ ਆ। ਅਸੀਂ ਕੱਲ ਚਰਚਾ ਕੀਤੀ ਸੀ, ਸੁਖਬੀਰ ਬਾਦਲ ਹੁਣਾਂ ਦੀ ਸੰਗਰੂਰ ਫੇਰੀ 'ਚ ਉਹਨਾਂ ਦਾ ਵਿਰੋਧ ਹੁੰਦਾ ਆ ਔਰ ਅੱਜ ਤਲਵੰਡੀ ਸਾਬੋ 'ਚ ਸਿੱਖ ਜਥੇਬੰਦੀਆਂ ਤੇ ਅਕਾਲੀ ਦਲ ਦੇ ਵਰਕਰ ਇੱਕ ਦੂਜੇ ਦੇ ਆਮੋ ਸਾਹਮਣੇ ਹੋ ਜਾਂਦੇ ਨੇ। ਹੁਣ ਦੋ ਧਿਰਾਂ ਇੱਕਦਮ ਬਣ ਚੁੱਕੀਆਂ ਨੇ ਔਰ ਇਹਦੇ ਨਾਲ ਸਿੱਧਾ ਅਸਰ ਜਿਹੜਾ ਹੈ ਅਕਾਲੀ ਦਲ ਦੀ ਸਿਆਸਤ ਤੇ ਪੈ ਰਿਹਾ ਆ। ਕਾਲੀ ਜੀ, ਇਹਦੇ ਬਾਰੇ ਤੁਸੀਂ ਕੀ ਕਹਿਣਾ ਚਾਹੋਗੇ? ਆਨੰਦ, ਦਰਅਸਲ ਨਾ ਸੰਕਟ ਤਾਂ ਪੰਜਾਬ ਦੇ ਸਿਆਸੀ ਮਾਹੌਲ 'ਚ ਹੀ ਪੈਦਾ ਹੋ ਚੁੱਕਾ ਆ, ਕਿਉਂਕਿ ਕਾਂਗਰਸ ਦਾ ਆਪਣਾ ਸੰਕਟ ਹੈ, ਆਮ ਆਦਮੀ ਪਾਰਟੀ ਦਾ ਆਪਣਾ ਸੰਕਟ ਹੈ, ਲੈਫਟ ਧਿਰਾਂ ਦਿਖਾਈ ਨਹੀਂ ਦੇ ਰਹੀਆਂ, ਬਹੁਜਨ ਸਮਾਜ ਪਾਰਟੀ ਡੱਕੇ ਡੋਲੇ ਖਾਣ ਰਹੀ ਹੈ ਜੀ। ਔਰ ਪਰ ਇਹਨਾਂ ਦੇ ਵਿੱਚੋਂ ਵੀ ਜ਼ਿਆਦਾ ਗੂੜਾ ਸੰਕਟ ਜਿਹੜਾ ਹੈ ਨਾ ਉਹ ਅਕਾਲੀ ਦਲ ਵਾਸਤੇ ਪੈਦਾ ਹੋਇਆ ਹੈ। ਜਸਟਿਸ ਰਣਜੀਤ ਸਿੰਘ ਕਮਿਸ਼ਨ ਦੀ ਰਿਪੋਰਟ ਤੋਂ ਬਾਅਦ ਜੋ ਸਿਆਸੀ ਮਾਹੌਲ ਬਣਿਆ ਜਾਂ ਜੋ ਈਵਨ ਸਮਾਜਿਕ ਮਾਹੌਲ ਬਣਿਆ ਹੈ ਨਾ, ਉਹ ਉਹਨਾਂ ਧਾਰਮਿਕ ਮਾਮਲਿਆਂ ਨੂੰ ਲੈ ਕੇ, ਉਹਨਾਂ ਬੇਅਦਬੀ ਦੇ ਮਾਮਲਿਆਂ ਨੂੰ ਲੈ ਕੇ ਉਹ ਅਕਾਲੀ ਦਲ ਦੇ ਮਾਫਕ ਬੈਠ ਨਹੀਂ ਰਿਹਾ। ਪਹਿਲਾਂ ਬਾਹਰੋਂ ਵਿਰੋਧ ਹੋਇਆ, ਕਾਂਗਰਸ ਵੱਲੋਂ ਵਿਰੋਧ ਹੋਇਆ, ਲੋਕਾਂ ਨੇ ਵਿਰੋਧ ਹੋਇਆ, ਫਿਰ ਸੁਰਾਂ ਦੱਬਵੀਆਂ ਆਉਣੀਆਂ ਸ਼ੁਰੂ ਹੋ ਗਈਆਂ ਅਕਾਲੀ ਦਲ ਦੇ ਵਿੱਚੋਂ ਹੀ ਵਿਦਿਨ ਅਕਾਲੀ ਦਲ। ਫਿਰ ਉਹ ਸੁਰਾਂ ਤਿੱਖੀਆਂ ਟਿੱਪਣੀਆਂ ਦੇ ਰੂਪ ਦੇ ਵਿੱਚ ਆਉਣੀਆਂ ਸ਼ੁਰੂ ਹੋ ਗਈਆਂ, ਕੁਝ ਵਾਇਰਲ ਹੋਣੀਆਂ ਸ਼ੁਰੂ ਹੋ ਗਈਆਂ, ਕੁਝ ਮੀਡੀਆ ਦੇ ਵਿੱਚ ਆ ਗਈਆਂ। ਸੁਖਦੇਵ ਸਿੰਘ ਢੀਂਡਸਾ ਹੋਰਾਂ ਦਾ ਅਸਤੀਫਾ ਜਿਹੜਾ ਆ ਉਹਨੇ ਬਾਕੀ ਦੇ ਜਿਹੜੇ ਨਾ ਦੱਬੀ ਬੈਠੇ ਸੀ ਆਪਣੀਆਂ ਭਾਵਨਾਵਾਂ ਨੂੰ, ਉਹਨਾਂ ਨੂੰ ਉਜਾਗਰ ਕਰਨ ਦਾ, ਜਿਵੇਂ ਬ੍ਰਹਮਪੁਰਾ ਹੋ ਰਹੀ ਹਨ, ਅਜਨਾਲਾ ਹੋ ਰਹੀ ਹਨ, ਸੇਖਵਾਂ ਹੋ ਰਹੀ ਹਨ, ਇਹ ਸਾਰੇ ਦੇ ਸਾਰੇ। ਔਰ ਅਵਤਾਰ ਸਿੰਘ ਮੱਕੜ ਪਹਿਲਾਂ ਹੀ ਬੋਲ ਚੁੱਕੇ ਸੀਗੇ। ਹੁਣ ਆਨੰਦ ਹੋ ਇਹ ਗਿਆ ਸੰਕਟ ਕਿ ਜਿਹੜੀ ਤਲਵੰਡੀ ਸਾਬੋ ਦੀ ਘਟਨਾ ਹੈ ਉਹਦੇ ਤੋਂ ਸੰਕਟ ਇਹ ਹੈ ਕਿ ਸਿੱਖ ਜਥੇਬੰਦੀਆਂ ਵਿਦਿਨ ਪਾਰਟੀ ਵੀ ਸੰਕਟ ਪੈਦਾ ਹੋ ਗਿਆ। ਦਿੱਲੀ ਤੱਕ ਸੇਕ ਲੱਗ ਗਿਆ। ਮਨਜੀਤ ਸਿੰਘ ਜੀਕੇ ਨੂੰ ਲੋਕਾਂ ਨੂੰ ਮੀਟਿੰਗਾਂ ਬੁਲਾ ਕੇ ਮਨਾਉਣਾ ਪੈ ਗਿਆ। ਵਿਦੇਸ਼ਾਂ 'ਚ ਪਹਿਲਾਂ ਹੀ ਸੇਕ ਲੱਗਾ ਹੋਇਆ ਹੈ, ਕੋਈ ਜਾਣ ਲਈ ਤਿਆਰ ਨਹੀਂ ਹੈ। ਔਰ ਜਿਸ ਤਰੀਕੇ ਦੇ ਨਾਲ ਮਨਜੀਤ ਸਿੰਘ ਜੀਕੇ ਦੇ ਨਾਲ ਹੋਇਆ ਵਿਦੇਸ਼ਾਂ ਦੇ ਵਿੱਚ, ਉਹ ਵੀ ਆਪਾਂ ਦੇਖਿਆ। ਸੋ ਵਿਦਿਨ ਪਾਰਟੀ ਵੀ ਸੰਕਟ, ਲੀਡਰਸ਼ਿਪ ਖੁੱਲ੍ਹ ਕੇ ਅੱਗੇ ਆ ਗਈ, ਆਵਾਜ਼ਾਂ ਉਹਨਾਂ ਨੇ ਬੜੇ ਤਿੱਖੇ ਰੌਂ ਦੇ ਵਿੱਚ ਆ ਗਈਆਂ ਆਵਾਜ਼ਾਂ ਉਹਨਾਂ ਦੀਆਂ, ਅਤੇ ਪਾਰਟੀ ਤੋਂ ਬਾਹਰ ਸਿੱਖ ਜਥੇਬੰਦੀਆਂ ਦੇ ਵਿੱਚ ਵੀ ਜਿਹੜਾ ਹੈ ਨਾ ਉਹ ਵਿਰੋਧ ਸ਼ੁਰੂ ਹੋ ਗਿਆ। ਕੱਲ੍ਹ ਬਹੁਤ ਬੁਰੀ ਤਰ੍ਹਾਂ ਦੇ ਨਾਲ ਵਿਰੋਧ ਕੀਤਾ ਗਿਆ, ਹਮਲਾ ਕਰਨ ਦੀ ਕੋਸ਼ਿਸ਼ ਕੀਤੀ ਗਈ। ਸੁਖਬੀਰ ਬਾਦਲ ਹੋਣਾ ਦੇ ਸੰਗਰੂਰ ਅੱਜ ਚੱਪਲ ਸੁੱਟੀ ਗਈ। ਅੱਜ ਪ੍ਰਕਾਸ਼ ਸਿੰਘ ਬਾਦਲ ਹੋਣਾ ਦਾ ਵਿਰੋਧ ਹੋਇਆ, ਜਿਹੜੀਆਂ ਉਹ ਨੁੱਕੜ ਮੀਟਿੰਗਾਂ ਕਰ ਰਹੇ ਨੇ ਪਟਿਆਲਾ 7 ਤਰੀਕ ਨੂੰ ਪਟਿਆਲਾ ਰੈਲੀ ਦੇ ਮੱਦੇ ਨਜ਼ਰ ਉਹਦਾ ਵਿਰੋਧ ਹੋ ਰਿਹਾ। ਔਰ ਕੁਝ ਤਲਵੰਡੀ ਸਾਬੋ ਦੇ ਵਿੱਚ ਸਿੱਖ ਜਥੇਬੰਦੀਆਂ ਤੇ ਅਕਾਲੀ ਵਰਕਰਾਂ ਦੀ ਆਪਸ ਵਿੱਚ ਹੀ ਝੜਪ ਹੋਈ। ਇੰਨੀ ਝੜਪ ਕਿ ਉੱਥੇ 3 ਜਿਹੜੇ ਨੇ ਵਰਕਰ ਜਿਹੜੇ ਆ ਨਾ ਉਹ ਜ਼ਖਮੀ ਵੀ ਹੋਏ। ਹੁਣ ਪ੍ਰਕਾਸ਼ ਸਿੰਘ ਬਾਦਲ ਹੋਰੀ 2 ਬਿਆਨ ਆਉਂਦੇ ਨੇ ਉਹਨਾਂ ਦੇ ਇਸ ਮਾਮਲੇ ਦੇ ਵਿੱਚ। ਪਹਿਲਾਂ ਤਾਂ ਉਹ ਕਹਿੰਦੇ ਆ ਕਿ ਭਾਈ ਤੁਸੀਂ ਮੇਰੇ ਵਰਕਰਾਂ ਨੇ, ਯਾਨੀ ਅਕਾਲੀ ਦਲ ਦੇ ਵਰਕਰਾਂ ਨੇ ਉਹ ਲੋਕ ਭਜਾਤੇ ਜਿਹੜੇ ਸਾਡੀ ਰੈਲੀ ਨੂੰ ਸਾਬੋਤਾਜ ਕਰਨਾ ਚਾਹੁੰਦੇ ਨੇ, ਜਿਹੜੇ ਕੌਨਸਪੀਰੇਸੀ ਦੇ ਤਹਿਤ ਕਰਨਾ ਚਾਹੁੰਦੇ ਸੀ, ਤੁਸੀਂ ਉਹ ਭਜਾਤੇ, ਯਾਨੀ ਉਹਨਾਂ ਨੂੰ ਹੱਲਾਸ਼ੇਰੀ ਦਿੰਦੇ ਨੇ ਇਹੋ ਜਿਹੀਆਂ ਹਿੰਸਕ ਵਾਰਦਾਤਾਂ ਵਾਸਤੇ। ਸੈਕੰਡ ਬਿਆਨ ਆ ਜਾਂਦਾ ਉਹਨਾਂ ਦਾ ਕਿ ਭਾਈ ਇਹ ਕਾਂਗਰਸ ਦੀ ਸਾਜ਼ਿਸ਼ ਹੈ, ਉਹ ਅਕਾਲੀ ਦਲ ਦੀ ਰੈਲੀ ਦੇ ਵਿੱਚ ਵਿਘਨ ਪਾਉਣਾ ਚਾਹੁੰਦੀ ਹੈ। ਹੁਣ ਬੜੇ ਸੀਨੀਅਰ ਲੋਕ ਨੇ, ਮਸਲਨ ਮੈਂ ਅਜਨਾਲਾ ਹੋਰਾਂ ਦਾ ਵਰਜਨ ਦੇਖ ਰਿਹਾ ਸੀਗਾ,
ਇਸ ਇਹਨਾਂ ਦੀਆਂ ਮੀਟਿੰਗਾਂ ਬਾਰੇ ਉਹ ਕਹਿੰਦੇ ਕਿ ਜਦੋਂ ਇਸ ਤਰੀਕੇ ਦੀਆਂ ਰੈਲੀਆਂ ਹੁੰਦੀਆਂ ਸੀਗੀਆਂ, ਸਾਡੇ ਵਰਗੇ ਵਰਕਰ ਲੋਕ ਜਾਂਦੇ ਸੀਗੇ, ਮੀਟਿੰਗਾਂ ਲੈਂਦੇ ਸੀਗੇ, ਪ੍ਰਧਾਨ ਜਾਂ ਸਰਪ੍ਰਸਤ ਨੂੰ ਨਹੀਂ ਸੀ ਜਾਣਾ ਪੈਂਦਾ। ਔਰ ਉਹ ਕਹਿੰਦੇ ਇਹ ਬਚਕਾਨਾ ਜੀਆਂ ਹਰਕਤਾਂ ਨੇ ਕਿ ਇਸ ਕੰਮੇ ਲੱਗੇ ਹੋਏ ਨੇ, ਜਿਹੜੇ ਅਸਲ ਮੁੱਦੇ ਆ ਉਹਦੇ ਤੋਂ ਭਟਕਾ ਹੀ ਦਿੱਤਾ ਹੈ ਸਾਰੇ ਦਾ ਸਾਰਾ ਪਾਰਟੀ ਨੂੰ। ਭਾਈ ਅਸਲ ਮੁੱਦੇ ਅੱਗੇ ਲੈ ਕੇ ਆਓ, ਤੁਸੀਂ ਜਿਹੜੇ ਮੁੱਦੇ ਲੈ ਕੇ ਆ ਰਹੇ ਆ ਇਹ ਅਕਾਲੀ ਦਲ ਦਾ ਇਹਨਾਂ ਨਾਲ ਕੋਈ ਕੰਸਰਨ ਨਹੀਂ ਆ। ਉਹ ਤਾਂ ਸਗੋਂ ਨਾ ਵਿਅੰਗ ਦੀ ਹਾਸੀ ਹੱਸ ਰਿਹਾ ਸੀ, ਹੈ ਨਾ, ਜਿੱਦਾਂ ਵਿਅੰਗ ਕਰਦੇ ਹੁੰਦੇ ਆ। ਇੱਕ ਆਨੰਦ ਮੈਂ ਥੋੜ੍ਹੀ ਜਿਹੀ ਇੱਕ ਉਦਾਹਰਣ ਦੇ ਕੇ ਗੱਲ ਕਰਾਂਗਾ। ਜਿਸ ਵੇਲੇ ਅਵਤਾਰ ਪਾਸ਼ ਆਪਣੇ ਬੜੇ ਪੰਜਾਬੀ ਦੇ ਵੱਡੇ ਕਵੀ ਹੋਏ ਨੇ, ਉਹ ਮਿਲਣ ਗਏ ਗੁਰਦਾਸ ਰਾਮ ਆਲਮ ਨੂੰ। ਗੁਰਦਾਸ ਰਾਮ ਆਲਮ ਵਾਜ਼ ਏ ਦਲਿਤ ਪੋਇਟ, ਆਪਣੇ ਸਮੇਂ ਦਾ ਬਹੁਤ ਵੱਡਾ ਪੋਇਟ ਹੈ, ਲੋਕ ਕਵੀ ਹੈ। ਔਰ ਉਹ ਜਿਸ ਵੇਲੇ ਉਹਨਾਂ ਨੂੰ ਮਿਲਣ ਜਾਂਦੇ ਨੇ, ਕਿਵੇਂ ਉਹ ਘਾਹ ਖੁੱਤਣ ਗਿਆ ਆ, ਫਿਰ ਉੱਥੇ ਚਲੇ ਜਾਂਦੇ ਨੇ, ਇੱਕ ਦੂਜੇ ਨਾਲ ਗੱਲਾਂ ਕਰਦੇ ਨੇ, ਸਾਹਿਤ ਦੀਆਂ, ਸਮਾਜ ਦੀਆਂ। ਦੋਵੇਂ ਰੈਵੋਲੂਸ਼ਨਰੀ ਕਵੀ ਸੀਗੇ, ਦੋਵੇਂ ਆਪਣੇ ਅਕੀਦੇ ਦੇ ਪੱਕੇ ਕਵੀ ਸੀਗੇ। ਤੇ ਪਾਸ਼ ਨੇ ਆ ਕੇ ਫਿਰ ਸਿਆੜ 'ਚ ਇੱਕ ਆਰਟੀਕਲ ਲਿਖਿਆ, ਨੀ ਉਹ ਕਮੀਆਂ ਦਾ ਮੁੰਡਾ ਬੋਲੀ ਹੋਰ ਬੋਲਦਾ। ਯਾਨੀ ਜਿਹੜੀ ਬੋਲੀ ਹੈ ਨਾ, ਬੋਲੀ ਜਿਹੜੀ ਹੈ ਉਹ ਤੁਹਾਡੀਆਂ ਸਾਰੀਆਂ ਭਾਵਨਾਵਾਂ, ਤੁਹਾਡੇ ਵਿਅੰਗਾਤਮਕ ਟਿੱਪਣੀਆਂ, ਬੋਲੀ ਦੇ ਟੋਨ ਨੇ ਦੱਸ ਦੇਣਾ ਹੁੰਦਾ ਕਿ ਇਹ ਭਾਈ ਕਿਹੋ ਜਿਹੀ ਬੋਲੀ ਬੋਲਦਾ ਹੈ। ਸੋ ਉਹ ਜਿਹੜੀ ਅਜਨਾਲੇ ਹੋਰਾਂ ਦੀ ਟੋਨ ਸੀ, ਬੜੀ ਵਿਅੰਗਮਈ ਟੋਨ ਸੀਗੀ, ਔਰ ਉਹ ਸੱਚੀ ਟੋਨ ਵੀ ਸੀ ਕਿ ਇਹ ਇਸ ਤਰੀਕੇ ਦੇ ਨਾਲ ਪਰਿਵਾਰਵਾਦ ਦੀ ਰਾਜਨੀਤੀ ਕਰਦਿਆਂ ਇੱਥੇ ਪਹੁੰਚ ਗਏ ਕਿ ਜਿਹੜੇ ਕਾਰਜ ਵੀ ਨਹੀਂ ਸੀ ਹੁੰਦੇ ਕਿਸੇ ਪਾਰਟੀ ਦੇ, ਉਹ ਕਾਰਜ ਕਰਨ ਲੱਗ ਪਏ, ਜਿਹਨੂੰ ਦੇਖ ਕੇ ਛੋਟੀ ਲੀਡਰਸ਼ਿਪ ਜਾਂ ਆਮ ਵਰਕਰ ਜਿਹੜਾ ਉਹ ਹੈਰਾਨ ਆ ਤੇ ਹਤਾਸ਼ ਵੀ ਹੈ। ਹੁਣ ਕਾਲੀ ਜੀ ਕਹਿੰਦੇ ਆ ਵੀ ਬੋਲੀ ਜਿਹੜੀ ਆ, ਹੁਣ ਬੋਲੀ ਰਤਨ ਸਿੰਘ ਅਜਨਾਲਾ ਹੋਣਾ ਨੇ ਜਿਹੜੀ ਉਹਨਾਂ ਨੇ ਭਾਸ਼ਾ ਅੱਜ ਇਸਤੇਮਾਲ ਕੀਤੀ ਹੈ, ਖਾਸ ਕਰਕੇ ਸੁਖਬੀਰ ਬਾਦਲ ਹੋਣਾ ਬਾਰੇ। ਬਈ ਸੁਖਬੀਰ ਬਾਦਲ ਹੁਣੇ ਮੁੱਦਿਆਂ ਤੋਂ ਭਟਕੇ ਹੋਏ ਨੇ। ਈਵਨ ਉਹਨਾਂ ਨੇ ਜਿਹੜੀਆਂ ਰੈਲੀਆਂ ਨੇ ਉਹਨਾਂ ਦਾ ਵੀ ਵਿਰੋਧ ਇਸ ਭਾਸ਼ਾ 'ਚ ਕਰ ਦਿੱਤਾ ਵੀ ਇਹ ਇਹਨਾਂ ਰੈਲੀਆਂ ਦੀ ਜ਼ਰੂਰਤ ਨਹੀਂ ਆ, ਇਹਦੇ ਨਾਲ ਕਿਸੇ ਦਾ ਭਲਾ ਨਹੀਂ ਹੋਣਾ, ਬਲਕਿ ਇਹ ਇੱਕ ਸ਼ੋਸ਼ੇਬਾਜ਼ੀ ਉਹਨਾਂ ਨੇ ਕਰਾਰ ਦੇ ਦਿੱਤੀ ਗਈ ਆ। ਔਰ ਇਹ ਸ਼ੋਸ਼ੇਬਾਜ਼ੀ ਕਰਾਰ ਦਿੰਦਿਆਂ ਹੀ ਨਾਲ ਹੀ ਉਹਨਾਂ ਨੇ ਕਹਿ ਦਿੱਤਾ ਵੀ ਅਸੀਂ ਵੀ ਇਹਦਾ ਵਿਰੋਧ ਕਰਦੇ ਹਾਂ ਔਰ ਅਸੀਂ ਨਹੀਂ ਜਾਵਾਂਗੇ ਉੱਥੇ। ਔਰ ਨਾਲ ਹੀ ਮਾਝੇ ਦੇ ਜਿਹੜੇ ਦੂਸਰੇ ਦੋ ਜਰਨੈਲ ਨੇ, ਰਣਜੀਤ ਸਿੰਘ ਬ੍ਰਹਮਪੁਰਾ ਔਰ ਸੇਵਾ ਸਿੰਘ ਸੇਖਵਾਂ, ਉਹਨਾਂ ਨੂੰ ਵੀ ਆ ਗਿਆ ਵੀ ਉਹ ਵੀ ਇਸ ਰੈਲੀ ਵਿੱਚ ਨਹੀਂ ਜਾਣਗੇ। ਹੁਣ ਸੰਧੂ ਸਾਹਿਬ, ਜਿਨ੍ਹਾਂ ਦੇ ਮੋਢਿਆਂ ਦੇ ਉੱਪਰ ਜਿਨ੍ਹਾਂ ਦੇ ਸਭ ਕੁਝ ਚੱਲਣਾ ਸੀ, ਅਕਾਲੀ ਦਲ ਪ੍ਰਕਾਸ਼ ਸਿੰਘ ਬਾਦਲ ਨੂੰ ਲੱਗਦਾ ਸੀ ਵੀ ਮੈਂ ਸਾਰਿਆਂ ਨੂੰ ਮਨਾ ਲਵਾਂਗਾ ਔਰ 7 ਦੀ ਰੈਲੀ ਨੂੰ ਅਸੀਂ ਸਫਲ ਕਰ ਲਾਂਗੇ, ਸੁਖਬੀਰ ਦੀ ਸੀਟ ਵੀ ਬਚਾ ਲਾਵਾਂਗੇ, ਉਹਦੀ ਕੁਰਸੀ ਵੀ ਬਚਾ ਲਾਂਗੇ। ਪਰ ਲੱਗਦਾ ਨਹੀਂ ਬਈ ਹੁਣ ਪ੍ਰਕਾਸ਼ ਸਿੰਘ ਬਾਦਲ ਹੋਣਾ ਲਈ, ਸੁਖਬੀਰ ਬਾਦਲ ਲਈ ਜਾਂ ਅਕਾਲੀ ਦਲ ਬਾਦਲ ਲਈ 7 ਵਾਲੀ ਰੈਲੀ ਇੰਨੀ ਸੌਖੀ ਹੈ। ਔਰ ਕਾਂਗਰਸ ਲਈ ਵੀ ਬਹੁਤ ਵਧੀਆ ਮੌਕਾ ਆ ਗਿਆ ਆ। ਹੁਣ ਇਹ ਤੇ ਤੁਹਾਡਾ ਕੀ ਵਿਚਾਰ ਹੈ? ਦੇਖੋ 7 ਅਕਤੂਬਰ ਨੂੰ ਹੀ ਇੱਕ ਨਹੀਂ, ਦੋ ਨਹੀਂ, ਤਿੰਨੇ ਰੈਲੀਆਂ ਜਿਹੜੀਆਂ ਨੇ, ਭਾਵੇਂ ਉਹ ਰੋਸ ਮਾਰਚ ਨੂੰ ਆਪਾਂ ਰੈਲੀ ਕਹਿ ਲਈਏ, ਕਿਉਂਕਿ ਉਹ ਵੀ ਇੱਕ ਤਰੀਕੇ ਦੀ ਸਿਆਸਤ ਤੋਂ ਪ੍ਰੇਰਿਤ ਹੀ ਹੈ। ਕਿਉਂਕਿ ਉਹਦੇ ਵਿੱਚ ਵੀ ਸੁਖਪਾਲ ਖਹਿਰਾ ਜਿਹੜਾ ਨੇ ਉਹ ਆਪਦਾ ਸ਼ਕਤੀ ਪ੍ਰਦਰਸ਼ਨ ਕਹਿ ਲਓ ਜਾਂ ਫਿਰ ਜਿਸ ਤਰੀਕੇ ਨਾਲ ਵੀ ਆਪਾਂ ਕਹਿ ਲਈਏ, ਭਾਵੇਂ ਉਹ ਸੁਖਪਾਲ ਖਹਿਰਾ ਦੀ ਰੈਲੀ ਹੋਵੇ, ਕਾਂਗਰਸ ਦੀ ਰੈਲੀ ਹੋਵੇ ਜਾਂ ਅਕਾਲੀ ਦਲ ਦੀ ਰੈਲੀ ਹੋਵੇ, ਇਹ ਤਿੰਨੇ ਰੈਲੀਆਂ ਇੱਕੇ ਦਿਨ ਯਾਨੀ 7 ਅਕਤੂਬਰ ਨੂੰ ਅਗਰ ਹੁੰਦੀਆਂ ਨੇ, ਉਹਦੇ ਵਿੱਚ ਸੁਖਪਾਲ ਖਹਿਰਾ ਜਿਹੜੇ ਨੇ ਉਹ ਜਿਹੜੇ ਬਰਗਾੜੀ ਮੋਰਚੇ ਦੇ ਨਾਲ ਜੁੜੀ ਜਿਹੜੀ ਸਿੱਖ ਸੰਗਤ ਆ, ਉਹਨਾਂ ਦੀ ਹਿਮਾਇਤ ਲੈਣ ਵਾਸਤੇ, ਕਿਉਂਕਿ ਸੁਖਪਾਲ ਖਹਿਰਾ ਨੂੰ ਹੁਣ ਦਿਖਣ ਲੱਗ ਪਿਆ ਸੀ ਕਾਫੀ ਲੰਮੀ ਡੈਡਲਾਈਨ ਚੱਲ ਗਈ। ਪਹਿਲਾਂ ਉਹਨਾਂ ਨੇ ਕਨਵੈਨਸ਼ਨ ਕੀਤੀ, ਉਸ ਤੋਂ ਬਾਅਦ ਦੂਜੀ ਰੈਲੀ, ਤੀਜੀ ਰੈਲੀ, ਫਿਰ ਉਹ ਥੋੜਾ ਜਿਹਾ ਨਾ ਡਾਊਨ ਹੋ ਗਿਆ ਸੀਗਾ ਉਹਨਾਂ ਦਾ ਕੰਮ, ਤੇ ਉਹਨਾਂ ਨੇ ਆਪਣਾ ਦੁਬਾਰਾ ਉਹ ਇਕੱਠ ਜਾਂ ਉਹ ਸ਼ਕਤੀ ਪ੍ਰਦਰਸ਼ਨ ਦਿਖਾਉਣ ਵਾਸਤੇ, ਕਿਉਂਕਿ ਅਗਰ ਉਹ ਇੰਡੀਵਿਜੂਅਲੀ ਅੱਡ ਕਰਦੇ ਰੈਲੀ ਜਿਸ ਤਰ੍ਹਾਂ ਕਾਂਗਰਸ ਅਸੀਂ ਗੱਲ ਕਰ ਰਹੇ ਹਾਂ ਬਈ ਜਿਹੜੀ ਅਕਾਲੀ ਦਲ ਬਾਦਲ ਨੇ, ਨਹੀਂ ਮੈਂ ਉੱਥੇ ਹੀ ਆ ਰਿਹਾ ਉਹਦੇ ਵਿੱਚ ਮਾਝੇ ਦੇ ਜਿਹੜੇ ਜਰਨੈਲ ਨੇ 3 ਮੇਨ, ਉਹ ਮਨਾ ਕਰ ਦਿੰਦੇ ਨੇ। ਉਦੋਂ ਢੀਂਡਸਾ ਹੁਣ ਇੱਕ ਸਾਈਡ ਤੇ ਨੇ, ਉਦੋਂ ਅਵਤਾਰ ਸਿੰਘ ਮੱਕੜ ਹੋਣੀ ਇੱਕ ਸਾਈਡ ਤੇ ਨੇ। ਅਜਿਹੇ ਵਿੱਚ ਕੀ ਸੁਖਬੀਰ ਬਾਦਲ ਔਰ ਪ੍ਰਕਾਸ਼ ਸਿੰਘ ਬਾਦਲ ਜਾਂ ਉਹਨਾਂ ਦੇ ਇੱਕ ਦੋ ਜਿਹੜੇ ਨੇੜੇ ਤੇੜੇ ਉਹੋ ਹੀ ਰੈਲੀ ਕਰਨਗੇ? ਜੇ ਉਹੋ ਹੀ ਕਰਨਗੇ ਤੇ ਜੇ ਅੰਮ੍ਰਿਤਸਰ ਵਾਲੇ ਜਾਂ ਮਾਝੇ ਦੇ ਉਹ ਤਿੰਨੇ ਜਰਨੈਲ ਉੱਥੇ ਨਹੀਂ ਪਹੁੰਚਦੇ, ਕਿ ਮਾਝੇ ਦਾ ਵਰਕਰ ਵੀ ਉੱਥੇ ਪਹੁੰਚੇਗਾ? ਉਹ ਕੀ ਉਹਨਾਂ ਦੀ ਉਹ ਰੈਲੀ ਜਿਹੜੀ ਹੈ ਪ੍ਰਭਾਵਿਤ ਹੋਏਗੀ
ਇਹਦੇ ਬਾਰੇ ਆਪਾਂ ਹਾਂ ਨਹੀਂ, ਉੱਥੇ ਮੈਂ ਲੈ ਕੇ ਜਾ ਰਿਹਾ ਸੀ। ਮੈਂ ਤੁਹਾਨੂੰ ਨਾ ਇੱਥੇ ਦੂਜਾ ਇਸ ਰੈਲੀ ਤੋਂ ਉਧਰਲੀ ਸਾਈਡ ਨੂੰ ਹੀ ਆਣਾ। ਮੈਂ ਤੁਹਾਨੂੰ ਦੱਸਦਾ ਪਿਆ ਸੀਗਾ ਕਿ ਸੁਖਪਾਲ ਖਹਿਰਾ ਨੇ ਉਸ ਦੀ ਹਿਮਾਇਤ ਲੈਣ ਵਾਸਤੇ ਕਿ ਜਿਹੜੇ ਵੀ ਸਿੱਖ ਆਗੂ ਨੇ ਜਾਂ ਸਿੱਖ ਜਥੇਬੰਦੀਆਂ ਨੇ ਉਹ ਉਹਨਾਂ ਦੇ ਨਾਲ ਰਲ ਕੇ ਤੁਰਨਗਾ। ਇੱਥੋਂ ਤੱਕ ਕਿ ਆਮ ਆਦਮੀ ਪਾਰਟੀ ਦਾ ਜਿਹੜੀ ਕੇਂਦਰੀ ਲੀਡਰਸ਼ਿਪ ਸੀਗੀ ਉਹਨਾਂ ਦੇ ਨਾਲ ਜਿਹੜਾ ਧੜਾ ਸੀਗਾ ਉਹਨੇ ਵੀ ਹੁੰਗਾਰਾ ਭਰਿਆ ਹੈ ਕਿ ਉਹ ਵੀ ਇਸ ਰੈਲੀ ਦੇ ਵਿੱਚ ਆਵੇਗਾ। ਠੀਕ ਹੈ, ਇੱਥੋਂ ਇਸ ਰੈਲੀ ਦੇ ਨਾਲ ਹੀ ਅਗਰ ਆਪਾਂ ਕੰਪੇਅਰ ਕਰੀਏ ਅਕਾਲੀ ਦਲ ਦੀ ਰੈਲੀ, ਹੁਣ ਅਕਾਲੀ ਦਲ ਜਿਹੜਾ ਹੈ ਉਹ ਲੜਦਾ ਹੀ, ਮਤਲਬ ਕਿ ਚੋਣ ਹੋਵੇ ਜਾਂ ਫਿਰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਗੱਲ ਕੀਤੀ ਜਾਵੇ, ਅਕਾਲੀ ਦਲ ਦਾ ਜਿਹੜਾ ਕੈਡਰ ਸੀਗਾ, ਅਕਾਲੀ ਦਲ ਦਾ ਜਿਹੜਾ ਮੇਨ ਮਕਸਦ ਸੀਗਾ ਉਹ ਧਰਮ ਦੇ ਨਾਮ ਦੇ ਉੱਤੇ ਹੀ ਸੀਗਾ ਕਿ ਧਰਮ ਦੇ ਜਾਂ ਪਹਿਲਾਂ ਹੀ ਉਹ ਧਰਮ ਦੇ ਨਾਮ ਤੇ ਰਾਜਨੀਤੀ ਕਰਦੇ ਨੇ, ਨਾਲੇ ਉਹ ਧਰਮ ਦੇ ਮੁੱਦਿਆਂ ਨੂੰ ਜਿਹੜਾ ਲੈ ਕੇ ਚੱਲਦੇ ਸੀਗੇ। ਪਰ ਇੱਥੇ ਕੀ ਹੁੰਦਾ ਪਿਆ ਹੈ ਕਿ ਜਿਹੜੇ ਅਜਨਾਲਾ ਹੋਣੀ ਨੇ ਜਾਂ ਫਿਰ ਉਹਨਾਂ ਦਾ ਜਿਹੜਾ ਵੀ ਧੜਾ ਹੈ ਉਹ ਪੂਰਾ, ਕਿਉਂਕਿ ਉਹਨਾਂ ਨੇ ਜਿਹੜਾ ਇੱਕ ਪ੍ਰਾਈਵੇਟ ਚੈਨਲ ਨੂੰ ਇੰਟਰਵਿਊ ਦਿੱਤਾ ਉਹਦੇ ਵਿੱਚ ਕਹਿੰਦੇ ਪਏ ਸੀਗੇ ਉਹ ਕਿ ਅਸੀਂ ਪ੍ਰਧਾਨ ਦੀ ਗੱਲ ਨਹੀਂ ਜਾਂ ਫਿਰ ਕਿਸੇ ਅਕਾਲੀ ਦਲ ਦੀ ਗੱਲ ਨਹੀਂ, ਅਸੀਂ ਅਕਾਲੀ ਦਲ 'ਚ ਪੈਦਾ ਹੋਏ ਤੇ ਅਸੀਂ ਅਕਾਲੀ ਦਲ 'ਚ ਹੀ ਮਰਨਾ, ਅਕਾਲੀ ਦਲ ਛੱਡਣਾ ਨਹੀਂ ਆ। ਪਰ ਅਸੀਂ ਅਕਾਲੀ ਦਲ ਨੂੰ ਇਸ ਤਰੀਕੇ ਨਾਲ ਨਹੀਂ ਦੇਖ ਸਕਦੇ ਕਿ ਅਕਾਲੀ ਦਲ ਦੇ ਟਾਈਮ ਵਿੱਚ ਜਿਹੜੀ ਬੇਅਦਬੀ ਹੋਈ ਸੀ ਉਸ ਤੋਂ ਬਾਅਦ ਜਿਹੜੇ ਉੱਥੇ ਸ਼ਾਂਤੀਮਈ ਢੰਗ ਨਾਲ ਪ੍ਰਦਰਸ਼ਨ ਕਰ ਰਹੇ ਸੀ ਉਹਨਾਂ ਤੇ ਗੋਲੀਆਂ ਚਲਾਈਆਂ ਗਈਆਂ, ਉਹਨਾਂ ਤੇ ਜਿਹੜੀਆਂ ਗੋਲੀਆਂ ਚਲਾਈਆਂ ਗਈਆਂ ਨਾ ਤਸ਼ੱਦਦ ਢਾਇਆ ਗਿਆ, ਉਹ ਨਹੀਂ ਸੀ ਹੋਣਾ ਚਾਹੀਦਾ। ਅਗਰ ਜੇ ਹੋਇਆ ਉਹ ਤੇ ਉਹਦੀ ਪ੍ਰੋਪਰ ਜਾਂਚ ਹੋਣੀ ਚਾਹੀਦੀ ਸੀਗੀ, ਉਹਦੀ ਜਾਂਚ ਨਹੀਂ ਹੋਈ, ਦੋਸ਼ੀਆਂ ਨੂੰ ਸਜ਼ਾ ਨਹੀਂ ਮਿਲੀ, ਜਿਹੜੇ ਉੱਥੇ ਪੁਲਿਸ ਵਾਲੇ ਜਿਹੜੇ ਗੋਲੀਆਂ ਚਲਾਈਆਂ ਜਾਂ ਜਿੰਨੇ ਆਰਡਰ ਦਿੱਤਾ ਉਹਨਾਂ ਤੇ ਪ੍ਰੋਪਰ ਕਾਰਵਾਈ ਨਹੀਂ ਹੋਈ। ਇੱਥੋਂ ਤੱਕ ਕਿ ਅਜਨਾਲਾ ਸਾਹਿਬ ਨੇ ਇਹ ਵੀ ਕਿਹਾ ਕਿ ਜਦੋਂ ਉਹਨਾਂ ਤੋਂ ਇੱਕ ਕੁਐਸਚਨ ਹੋਰ ਪੁੱਟ ਕੀਤਾ ਗਿਆ ਕਿ ਜਿਹੜਾ ਉਹ ਉਸ ਟਾਈਮ ਜਿਹੜਾ ਗੋਲੀकांड ਹੋਇਆ ਸੀਗਾ ਉਹ 'ਚ ਤੁਸੀਂ ਦੋਸ਼ੀ ਮੰਨਦੇ ਹੋ ਜਾਂ ਨਹੀਂ ਕਿਹਨੂੰ ਦੋਸ਼ੀ ਮੰਨਦੇ ਹੋ, ਤੇ ਉਹਨਾਂ ਨੇ ਕਿਹਾ ਕਿ SIT ਜਿਹੜੀ ਉਹ ਜਾਂਚ ਕਰ ਰਹੀ ਹੈ, ਕੈਪਟਨ ਸਾਹਿਬ ਜਾਂਚ ਕਰਵਾ ਰਹੇ ਨੇ, ਉਸ ਤੋਂ ਬਾਅਦ ਜਿਹੜਾ ਵੀ ਉਹਦਾ ਰਿਜ਼ਲਟ ਆਏਗਾ ਉਸ ਤੋਂ ਬਾਅਦ ਕਲੀਅਰ ਹੋਏਗਾ। ਯਾਨੀ ਕਿ ਉਹਨਾਂ ਦੇ ਜਿੰਨੇ ਦਲ ਦਾ ਇਸ ਵੇਲੇ ਜੇ ਅਸੀਂ ਕਹਿ ਦਈਏ ਵੀ ਘੱਟੋ ਘੱਟ ਮਾਝੇ ਦੇ ਜਿਹੜੇ ਜਰਨੈਲ ਉਹ ਅਜੇ ਇੱਕ ਸਾਈਡ ਤੇ, ਹਾਂ ਉਹ ਇੱਕ ਸਾਈਡ ਹੈ, ਨਾਲੇ ਦੂਜੀ ਮੈਂ ਤੁਹਾਡੇ ਤੱਕ ਆਉਣਾ ਹੈ ਕਾਲੀ ਜੀ, ਜੇ ਹੁਣ ਇਹ ਸਾਰੀ ਸਿਚੁਏਸ਼ਨ ਕਲੀਅਰ ਹੋ ਗਈ ਹੈ ਕਿ 7 ਦੀ ਰੈਲੀ ਜਿੱਥੇ ਅਕਾਲੀ ਦਲ ਬਾਦਲ ਜਾਂ ਅਸੀਂ ਕਹਿ ਦਈਏ ਬਾਦਲ ਪਰਿਵਾਰ ਦੇ ਨੱਕ ਦਾ ਸਵਾਲ ਬਣ ਚੁੱਕਾ ਹੈ, ਔਰ ਜੇ ਇਹਦੇ ਵਿੱਚ ਜੇ ਹੁਣ ਉਹੀ ਸਵਾਲ ਮੈਂ ਤੁਹਾਡੇ ਲਈ ਆ ਰਿਹਾ ਆ, ਜੇ ਇਸ ਰੈਲੀ ਵਿੱਚ ਮਾਝੇ ਦੇ ਉਹ 3 ਟਕਸਾਲੀ ਲੀਡਰ ਨਹੀਂ ਪਹੁੰਚਦੇ ਔਰ ਉਹਨਾਂ ਦੇ ਹੁਕਮ ਦੇ ਨਾਲ ਜਾਂ ਉਹਨਾਂ ਦੇ ਇਸ਼ਾਰੇ ਦੇ ਨਾਲ ਮਾਝਾ ਇੱਕ ਵੱਡਾ ਇਲਾਕਾ ਆ, ਉੱਥੋਂ ਦੇ ਵਰਕਰ ਜਾਂ ਛੋਟੇ ਲੈਵਲ ਦੇ ਲੀਡਰ ਵੀ ਨਹੀਂ ਪਹੁੰਚਦੇ, ਔਰ ਇਹ ਅੱਗ ਜਦੋਂ ਸਾਰੇ ਸਾਈਡ ਤੇ ਜਾਏਗੀ, ਦੁਆਬੇ 'ਚ ਜਾਏਗੀ, ਮਾਲ ਵਿੱਚ ਜਾਏਗੀ, ਤੇ ਵੱਡੇ ਪੱਧਰ ਤੇ ਅਕਾਲੀ ਦਲ ਦੀ ਰੈਲੀ ਪ੍ਰਭਾਵਿਤ ਹੋਵੇਗੀ। ਇਹ ਤੋਂ ਆਪਾਂ ਕਹਿ ਸਕਦੇ ਹਾਂ ਵੀ ਹੁਣ ਜਿਸ ਤਰੀਕੇ ਨਾਲ ਟਕਸਾਲੀ ਲੀਡਰਸ਼ਿਪ ਨੇ ਬਾਦਲ ਪਰਿਵਾਰ ਨੂੰ ਅੱਖਾਂ ਕੱਢਣੀਆਂ ਸ਼ੁਰੂ ਕਰਤੀਆਂ, ਹੁਕਮ ਨਾ ਫਰਮਾਨੀ ਸ਼ੁਰੂ ਕਰ ਦਿੱਤੀ ਹੈ, ਕਿ ਅਕਾਲੀ ਦਲ ਵਿੱਚ ਬਾਦਲ ਪਰਿਵਾਰ ਦਾ ਜਿਹੜੀ ਪੈਠ ਆ ਉਹ ਖਤਮ ਹੋਣ ਦੇ ਕਿਨਾਰੇ ਤੇ ਆ ਜਾਂ ਖਤਮ ਹੋ ਗਈ ਹੈ, ਔਰ ਇਸ ਦੇ ਨਾਲ ਹੀ 19 ਦੇ ਜਿਹੜੇ ਇਲੈਕਸ਼ਨ ਨੇ ਉਹ ਫਿਰ ਕਿਸ ਦੀ ਅਗਵਾਈ ਵਿੱਚ ਲੜੇ ਜਾ ਸਕਦੇ, ਆਪਾਂ ਭਵਿੱਖ ਦੀ ਵੀ ਥੋੜੀ ਕੰਸੋਲ ਕਰ ਲਈਏ। ਆਨੰਦ, ਪਹਿਲੀ ਗੱਲ ਤਾਂ ਇਹ ਆ ਕਿ ਦੁਆਬੇ ਦੇ ਵਿੱਚ ਨਾ ਕੋਈ ਵੱਡੀ ਅਕਾਲੀ ਲੀਡਰਸ਼ਿਪ, ਵੱਡਾ ਅਕਾਲੀ ਲੀਡਰ ਜਿਹੜਾ ਨਾ ਉਹ ਰਹਿ ਨਹੀਂ ਗਿਆ। ਅਜੀਤ ਸਿੰਘ ਕੋਹਾੜ ਹੋਰੀ ਸੀਗੇ, ਅਕਾਲ ਚਲਾਣਾ ਕਰ ਗਏ, ਜਿਹੜੇ ਦੁਆਬੇ ਦੇ ਵੱਡੇ ਲੀਡਰਾਂ ਦੇ ਵਿੱਚੋਂ ਪਹਿਲਿਆਂ ਦੇ ਵਿੱਚ ਕਾਫੀ ਲੀਡਰਸ਼ਿਪ ਸੀਗੀ, ਕੁਲਦੀਪ ਸਿੰਘ ਬਡਾਲਾ ਹੋਰੀ ਸੀਗੇ, ਹੈ ਨਾ, ਬੜੇ ਅੱਛੇ ਵੱਡੇ ਨਾਂ ਰਹੇ ਨੇ। ਪਰ ਇਸ ਟਾਈਮ ਮੈਂ ਦੇਖਦਾ ਹਾਂ ਕਿ ਟਕਸਾਲੀ ਅਕਾਲੀ ਜਿਹੜਾ ਹੈ ਨਾ ਦੁਆਬੇ 'ਚ ਤਾਂ ਹੈ ਹੀ ਨਹੀਂ। ਵਰਕਰ ਹੈਗੇ ਨੇ, ਵਰਕਰ ਅਜੇ ਵੀ ਹੈਗੇ ਨੇ, ਕਾਇਮ ਨੇ, ਉਹ ਆਪਣੇ ਅਕੀਦਿਆਂ ਤੇ ਵੀ ਕਾਇਮ ਨੇ, ਔਰ ਘੁਸਰ ਮੁਸਰ ਦੁਆਬੇ 'ਚ ਵੀ ਹੋ ਰਹੀ ਹੈ, ਕੋਈ ਐਡੀ ਗੱਲ ਵੀ ਨਹੀਂ ਵੀ ਦੁਆਬੇ 'ਚ ਨਹੀਂ ਹੋ ਰਹੀ ਟਕਸਾਲੀਆਂ ਦੇ ਵਿੱਚ, ਕਿਉਂਕਿ ਜਿਸ ਵੇਲੇ ਬੇਅਦਬੀ ਮਾਮਲੇ ਸਭ ਤੋਂ ਵੱਧ ਆਏ ਸੀ ਤਾਂ ਦੁਆਬਾ ਸਭ ਤੋਂ ਵੱਧ ਪ੍ਰਭਾਵਿਤ ਹੋਇਆ ਸੀਗਾ, ਦੁਆਬੇ ਨੇ ਸਭ ਤੋਂ ਵੱਧ ਤਿੱਖਾ ਪ੍ਰਤੀਕਰਮ ਦਿੱਤਾ ਸੀਗਾ, ਸਾਨੂੰ ਇਹ ਵੀ ਯਾਦ ਰੱਖਣਾ ਚਾਹੀਦਾ ਹੈ। ਰਹੀ ਗੱਲ ਮਾਝੇ ਦੀ, ਤੇ ਮਾਝੇ ਨੇ ਐਲਾਨੀਆਂ ਹੀ ਕਹਿ ਦਿੱਤਾ ਹੈ ਕਿ ਭਾਈ ਅਸੀਂ ਉੱਥੇ ਨਹੀਂ ਜਾਵਾਂਗੇ, ਅਸੀਂ ਹਿੱਸਾ ਨਹੀਂ ਲਵਾਂਗੇ। ਵੈਸੇ ਔਰ ਅਜਨਾਲਾ ਹੋਰਾਂ ਨੇ ਜਿਹੜੀ ਗੱਲ ਕਹੀ ਨਾ ਉਹਦੇ ਵਿੱਚ ਇੱਕ ਬਹੁਤ ਹੀ ਤਿੱਖੀ ਗੱਲ ਇਹ ਆ, ਉਹ ਕਹਿੰਦੇ ਜੀ ਕਿ ਅਸੀਂ 10 ਸਾਲਾਂ ਦੇ ਵਿੱਚ ਹੋਏ ਵਾਪਰੇ ਦਾ ਐਨਾਲਿਸਿਸ ਚਾਹੁੰਦੇ ਆ, ਔਰ ਉਹਦੇ ਵਿੱਚ ਭਾਵੇਂ ਪ੍ਰਧਾਨ ਹੀ ਦੋਸ਼ੀ ਹੋਵੇ ਅਸੀਂ ਉਹਦੀ ਅਗਵਾਈ ਨੂੰ ਡਿਸਓਨ ਕਰਾਂਗੇ, ਅਸੀਂ ਉਹਨੂੰ ਮੰਨਣਾ ਨਹੀਂ ਹੈ। ਅਸੀਂ ਚਾਹਾਂਗੇ ਕਿ ਉਹਨਾਂ ਨੂੰ ਉਹਦੇ ਮੁਤਾਬਕ ਪਾਰਟੀ ਕੋਈ ਫੈਸਲਾ ਲਵੇ, ਭਾਵੇਂ ਉਹ ਪ੍ਰਧਾਨ ਹੀ ਕਿਉਂ ਨਾ ਹੋਵੇ। ਤਾਂ ਸਿੱਧਾ ਉਹਨੇ ਸੁਖਬੀਰ ਬਾਦਲ ਹੋਰਾਂ ਨੂੰ ਨਿਸ਼ਾਨਾ ਸਾਧਿਆ ਹੋਇਆ ਹੈ। ਹੁਣ ਢੀਂਡਸਾ ਹੋਰਾਂ ਦਾ ਅਸਤੀਫਾ
ਤੇ ਸੰਗਰੂਰ 'ਚ ਸੁਖਬੀਰ ਬਾਦਲ ਹੋਰਾਂ ਦਾ ਵਿਰੋਧ। ਸੰਗਰੂਰ ਢੀਂਡਸਾ ਹਲਕਾ ਆ ਉਹ, ਸੋ ਇੱਕ ਮਾਲਵੇ ਦਾ ਬਹੁਤ ਵੱਡਾ ਹਲਕਾ ਹੋ ਗਿਆ ਜਿਹਦੇ ਵਿੱਚ ਅਕਾਲੀ ਵਰਕਰਾਂ ਵੱਲੋਂ, ਨਾ ਕਿ ਸਿੱਖ ਜਥੇਬੰਦੀਆਂ ਵੱਲੋਂ, ਸਿੱਖ ਜਥੇਬੰਦੀਆਂ ਵੱਲੋਂ ਅੱਜ ਹੋਇਆ ਹੈ, ਕੱਲ ਜਿਹੜਾ ਹੋਇਆ ਅਕਾਲੀ ਵਰਕਰਾਂ ਵੱਲੋਂ ਹੋਇਆ ਵਿਰੋਧ, ਉਹ ਜਿਹੜਾ ਸਹੀ। ਔਰ ਦੋਏ ਹੋ ਗਿਆ ਕਿ ਦੁਆਬਾ ਵੈਸੇ ਨਹੀਂ ਹੈ, ਮਾਝੇ ਨੇ ਨਾ ਕਰਤੀ, ਮਾਲਵਾ ਭਾਵੇਂ ਵਿਰੋਧ ਸ਼ੁਰੂ ਹੋ ਗਿਆ ਕਿਉਂਕਿ ਜੇ ਮੱਕੜ ਹੋਰਾਂ ਨੇ ਜਿਹੜਾ ਵਿਰੋਧ ਕੀਤਾ ਹੈ। ਔਰ ਸੈਕੰਡ ਇਹ ਕਿ ਹਾਲ ਦੀ ਘੜੀ ਟਕਸਾਲੀ ਅਕਾਲੀ ਜਿਹੜੇ ਨੇ ਉਹ ਟਰੰਮੇ ਤੋਂ ਕੰਮ ਲੈ ਰਹੇ ਨੇ, ਜਿਹੜਾ ਵੈਸੇ ਮਾਝੇ ਵਾਲਿਆਂ ਨੇ ਲਿਆ ਨਹੀਂ, ਉਹਨੇ ਸਿੱਧਾ ਹੈਰਾਨ ਹੀ ਕਰ ਦਿੱਤਾ ਹੈ ਨਾ। ਹਾਲ ਦੀ ਘੜੀ ਜਿਹੜੇ ਦਬਮੀਆਂ ਜਿਹੀਆਂ ਸੁਰਾਂ ਵੀ ਕੁਛ ਆ ਰਹੀਆਂ ਨੇ, ਔਰ ਈਵਨ ਵਰਕਰਾਂ ਦੇ ਵਿੱਚੋਂ ਵੀ ਇਹ ਗੱਲ ਜਿਹੜੀ ਹੈ ਨਾ ਉਹਨਾਂ ਨੂੰ ਹਜ਼ਮ ਨਹੀਂ ਹੋ ਰਹੀ ਕਿ ਜੋ ਵੀ ਹੋਇਆ ਉਹ ਸਾਰੇ ਦਾ ਸਾਰਾ ਅਕਾਲੀ ਦਲ ਦੇ ਰਾਜ ਸੱਤਾ 'ਚ ਕਾਇਮ ਦਾਇਮ ਰਹਿੰਦਿਆਂ ਹੋਇਆ, ਜਿਹੜਾ ਨਹੀਂ ਸੀ ਹੋਣਾ ਚਾਹੀਦਾ ਹੈ ਨਾ। ਸੋ ਉਹ ਇਸ਼ੂ ਅਜੇ ਠੰਡਾ ਹੋ ਹੀ ਨਹੀਂ ਪਾ ਰਿਹਾ। ਔਰ ਬਾਦਲ ਪਰਿਵਾਰ ਔਰ ਮਜੀਠੀਆ ਪਰਿਵਾਰ ਦੀ ਐਕਸੈਪਟੈਂਸ ਜਿਹੜੀ ਆ, ਮੈਨੂੰ ਲੱਗਦਾ ਉਹ ਵਰਕਰ ਲੈਵਲ ਤੇ ਵੀ ਜਿਹੜੀ ਆ ਨਾ ਉਹਦਾ ਗ੍ਰਾਫ ਆਨੰਦ ਜੀ ਬਹੁਤ ਬੁਰੀ ਤਰ੍ਹਾਂ ਨਾਲ ਥੱਲੇ ਡਾਊਨ ਗਿਆ ਆ, ਡਿੱਗਿਆ ਆ, ਮੈਨੂੰ ਲੱਗਦਾ ਇਹ ਮੈਂ ਇੱਕ ਜਿਹੜਾ ਸਵਾਲ ਸੀ ਜਿਵੇਂ ਭਵਿੱਖੀ ਕੰਸੋ ਕਰਦੇ ਪਏ ਸੀ ਬਈ ਜੇ ਇਹ ਮਾਮਲਾ ਇਸ ਤਰ੍ਹਾਂ ਹੀ ਚੱਲਦਾ ਰਹਿੰਦਾ ਆ ਤਾਂ 2-4 ਮਹੀਨੇ ਹੋਰ ਚੱਲਦਾ ਹੈ, ਅੱਗੋਂ 19 ਦੇ ਇਲੈਕਸ਼ਨ ਆ ਜਾਂਦੇ ਨੇ, 19 ਦੇ ਵਿੱਚ ਕਿੱਦਾਂ ਅਕਾਲੀ ਕਿੱਦਾਂ ਆਪਣੇ ਆਪ ਨੂੰ ਖੜਾ ਕਰਦੇ? ਦਿੱਲੀ ਵਿੱਚ ਵੀ ਇਹਨਾਂ ਦਾ ਹੋਣ ਲੱਗ ਪਿਆ ਸਾਰਾ ਕੁਝ। ਅਕਾਲੀਆਂ ਦੀ ਬਹੁਤ ਇਸ ਵੇਲੇ ਮਾੜੀ ਹਾਲਤ ਹੈ, ਅਕਾਲੀ ਦਲ ਦੀ ਬਹੁਤ ਮਾੜੀ ਹਾਲਤ ਹੈ। ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਵਿੱਚ ਵੀ ਜਿਹੜੀਆਂ ਆਵਾਜ਼ਾਂ ਨੇ ਨਾ ਉਹ ਭਿਆਨਕ ਆਵਾਜ਼ਾਂ ਆ ਰਹੀਆਂ ਨੇ ਬਾਦਲ ਪਰਿਵਾਰ ਦੇ ਵਾਸਤੇ। ਔਰ ਜਿਸ ਤਰੀਕੇ ਦੇ ਨਾਲ ਮਾਝੇ ਵਾਲਿਆਂ ਨੇ ਮਸਲੇ ਨੂੰ ਚੱਕਿਆ ਹੈ ਨਾ, ਜਿਸ ਤਰੀਕੇ ਦੇ ਨਾਲ ਉਹਨਾਂ ਨੇ ਕਿਹਾ ਕਿ ਅਸੀਂ ਰਿਵਾਈਵਲ ਚਾਹੁੰਦੇ ਹਾਂ, ਅਸੀਂ ਮਤਲਬ ਉਹਨਾਂ ਨੇ ਸਿੱਧਾ ਸੁਖਬੀਰ ਬਾਦਲ ਦੀ ਪ੍ਰਧਾਨਗੀ ਨੂੰ ਚੈਲੰਜ ਕਰ ਦਿੱਤਾ ਆ, ਤਾਂ ਅਜੇ ਵੀ ਸੌਰੀ ਆਨੰਦ ਅਜੇ ਵੀ ਰੀਕ੍ਰੀਏਟ ਹੋ ਸਕਦੀ ਹੈ, ਰੀਥਿੰਕ ਹੋ ਸਕਦੀ ਆ ਪਾਰਟੀ, ਪਰ 2019 ਬਹੁਤ ਨੇੜੇ ਆ ਕਿਉਂਕਿ ਇਸ ਰੇੜਕੇ ਨੇ ਅਜੇ ਲੰਮਾ ਸਮਾਂ ਲੈ ਜਾਣਾ। ਹੌਲੀ ਹੌਲੀ ਸਾਰੇ ਬੋਲਣਗੇ, ਹੌਲੀ ਹੌਲੀ ਸਾਰੇ ਪ੍ਰਧਾਨ ਵੱਲ ਨੂੰ ਜਾਣਗੇ, ਹੌਲੀ ਹੌਲੀ ਕੋਈ ਕਦੇ ਕੋਈ ਅਸਤੀਫਾ ਦੇਗਾ, ਕੋਈ ਪ੍ਰੈਸ਼ਰ ਬਣਾਏਗਾ, ਕਿਸੇ ਨੂੰ ਇਹ ਮਨਾ ਲੈਣਗੇ, ਕਿਸੇ ਨੂੰ ਡਰਾ ਲੈਣਗੇ, ਕਿਸੇ ਨੂੰ ਪਹਿਲਾਂ ਹੀ ਓਬਲਾਈਜ਼ ਕੀਤਾ ਹੈ। ਹੁਣ ਨੈਚੁਰਲੀ ਅਹੁਦੇਦਾਰੀਆਂ ਵੀ ਵੰਡੀਆਂ ਹੋਈਆਂ ਨੇ, ਅਹੁਦੇਦਾਰੀਆਂ ਵੀ ਵੰਡਣਗੇ। ਇਹ ਅਜੇ ਨਾ ਦਵੱਲੀ ਖਿੱਚ ਤਾਣ ਜਿਹੜੀ ਆ ਨਾ ਅਕਾਲੀ ਦਲ 'ਚ, ਇਹ ਦਵੱਲੀ ਖਿੱਚ ਤਾਣ ਨਹੀਂ ਅਜੇ ਇੰਨਾ ਕੁ ਸਮਾਂ ਮੈਨੂੰ ਲੱਗਦਾ ਲੈ ਜਾਣਾ ਆ ਕਿ 2019 ਐਤਕੀ ਇਹਨਾਂ ਵਾਸਤੇ ਮੁਸ਼ਕਿਲ ਬਣ ਸਕਦੀ ਆ, ਮੁਸ਼ਕਿਲ ਬਣ ਸਕਦੀ ਹਾਂ 2019 ਲਈ ਕਾਲੀਆਂ ਜੀ ਅਨੁਸਾਰ ਅਕਾਲੀ ਦਲ ਲਈ ਮੁਸ਼ਕਿਲ ਬਣ ਸਕਦੀ ਹੈ। ਸੰਧੂ ਜੀ, ਪੰਜਾਬ ਦੀ ਸਿਆਸਤ ਬਾਰੇ ਇੱਕ ਗੱਲ ਕਹੀ ਜਾਂਦੀ ਹੁੰਦੀ ਸੀ, ਕੁਝ ਨਾ ਮਾਨਤਾਵਾਂ ਸਨ ਜਿਹੜੀਆਂ ਟੁੱਟ ਰਹੀਆਂ ਨੇ ਹੁਣ। ਇੱਕ ਤਾਂ ਇਹ ਸੀ ਵੀ ਇੱਕ ਪਾਰਟੀ 5 ਸਾਲ ਲਈ ਆਉਂਦੀ ਹੈ, ਫਿਰ ਦੂਸਰੀ ਆਉਂਦੀ ਹੈ, ਇੱਕ ਆਉਂਦੀ ਹੈ, ਦੂਸਰੀ ਆਉਂਦੀ ਆ। ਪਰ ਪਿਛਲੀ ਵਾਰੀ ਅਕਾਲੀ ਬੀਜੇਪੀ ਗੱਠਜੋੜ ਦੂਜੀ ਵਾਰੀ ਰਾਜ ਕਰਦਾ, 10 ਸਾਲ ਲਗਾਤਾਰ ਰਹਿੰਦਾ, ਇਹ ਮਾਨਤਾ ਟੁੱਟਦੀ ਹੈ। ਇਹਦੇ ਨਾਲ ਹੀ ਅਕਾਲੀ ਦਲ ਬਾਰੇ ਇਹ ਮੰਨਿਆ ਜਾਂਦਾ ਸੀ ਵੀ ਅਕਾਲੀ ਜਿਹੜੇ ਨੇ ਜਦੋਂ ਤੇ ਇਹਨਾਂ ਦੀ ਸਰਕਾਰ ਹੁੰਦੀ ਹੈ ਤੇ ਸੱਤਾ ਦੇ ਵਿੱਚ ਇਹ ਕਈ ਵਾਰੀ ਅਕਸਰ ਹੀ ਲੜ ਪੈਂਦੇ ਨੇ, ਆਪਸ ਵਿੱਚ ਬਿਖਰ ਜਾਂਦੇ ਨੇ, ਔਰ ਜਦੋਂ ਇਹ ਵਿਰੋਧ ਵਿੱਚ ਹੁੰਦੇ ਨੇ ਜਾਂ ਆਪੋਜੀਸ਼ਨ 'ਚ ਹੁੰਦੇ ਨੇ ਜਾਂ ਰਾਜ ਤੋਂ ਪਾਸੇ ਹੁੰਦੇ ਨੇ, ਇਹ ਇਕੱਠੇ ਹੋ ਜਾਂਦੇ ਨੇ। ਪਰ ਇਸ ਵੇਲੇ ਅਸੀਂ ਇਹ ਦੇਖ ਰਹੇ ਹਾਂ ਵੀ ਹੁਣ ਉਹ ਰਾਜ ਤੋਂ ਬਾਹਰ ਨੇ ਪਰ ਉਹ ਬਿਖਰ ਰਹੇ ਨੇ, ਉਹ ਮੇਨੋ ਮੇਨੀ ਹੋ ਰਹੇ ਨੇ। ਔਰ ਇਹਦੇ ਵਿੱਚੋਂ ਤੁਸੀਂ ਆਪਾਂ ਕਿਹੜੀ ਕੰਸੋਲ ਕੱਢਦੇ ਹਾਂ ਵੀ ਅਕਾਲੀ ਦਲ ਕੋਈ ਮੂਲ ਚੂਲ 'ਚ ਪਰਿਵਰਤਨ ਹੋ ਰਹੇ ਨੇ, ਪੰਜਾਬ ਦੀ ਸਿਆਸਤ 'ਚ ਮੂਲ ਪਰਿਵਰਤਨ ਹੋ ਰਹੇ ਨੇ, ਔਰ ਇਸ ਸਾਰੇ ਦੇ ਵਿੱਚ ਜੇ ਸੁਖਬੀਰ ਬਾਦਲ ਨੂੰ ਲਾਂਭੇ ਕਰ ਦਿੱਤਾ ਜਾਂਦਾ ਹੈ ਤਾਂ ਅਕਾਲੀ ਦਲ ਦਾ ਸਰੂਪ ਕੀ ਹੋਏਗਾ? ਅਕਾਲੀ ਦਲ ਕੀ ਡੈਮੋਕ੍ਰੈਟਿਕ ਹੋ ਜਾਏਗਾ? ਅਕਾਲੀ ਦਲ 'ਚ ਕਿਸੇ ਹੋਰ ਦੂਜੇ ਪਰਿਵਾਰ ਦਾ ਗਲਬਾ ਹੋ ਜਾਏਗਾ? ਜਾਂ ਪ੍ਰਕਾਸ਼ ਸਿੰਘ ਬਾਦਲ ਹੋਣੀ ਕਿਸੇ ਆਪਣੇ ਚਹੇਤੇ ਪਰਿਵਾਰ ਦੇ ਕਿਸੇ ਬੰਦੇ ਨੂੰ ਅਕਾਲੀ ਦਲ ਦੀ ਵਾਗਡੋਰ ਸੰਭਾਲ ਦਿੰਦੇ ਨੇ ਵੀ ਸਹੀ ਮੌਕਾ ਆਉਣ ਤੇ ਫਿਰ ਕਬਜ਼ਾ ਕਰ ਲਿਆ ਜਾਵੇ? ਇਹਦੇ ਬਾਰੇ ਕੁਝ ਦੇਖੋ, ਮੈਂ ਉਹੀ ਚੀਜ਼ ਜਿਹੜੇ ਪਿੱਛੇ ਦੱਸ ਰਿਹਾ ਸੀਗਾ ਨਾ, ਉਹਨੂੰ ਥੋੜਾ ਜਿਹਾ ਮੈਂ ਅੱਗੇ ਵਧਾਉਂਦਾ ਹੋਇਆ ਫਿਰ ਇੱਧਰ ਨੂੰ ਆਉਣਾ ਹੈ। ਦੇਖੋ ਮੈਂ ਕਹਿੰਦਾ ਹਾਂ ਨਹੀਂ ਬਿਲਕੁਲ ਸ਼ਾਰਟ ਦੇ ਵਿੱਚ ਹੀ। ਹਾਂ, ਜਿਹੜਾ ਸੁਖਪਾਲ ਖਹਿਰਾ ਦੀ ਗੱਲ ਕਰਦਾ ਪਿਆ ਸੀ ਮੈਂ,
ਸੁਖਪਾਲ ਖਹਿਰਾ ਹੋਣਾ ਦਾ ਇਕੱਠ ਜਿਹੜਾ ਵਾ ਉਹ ਓਰੀਜਨਲ ਇਕੱਠ ਨਹੀਂ ਕਹਿ ਸਕਦੇ ਆਪਾਂ ਕਿ ਉਹ ਸੁਖਪਾਲ ਖਹਿਰਾ ਦੇ ਪੱਖੀ ਆ, ਕਿਉਂਕਿ ਉੱਥੇ ਸੁਖਪਾਲ ਖਹਿਰਾ ਦੇ ਨਾਲ ਜਿਹੜੇ ਵੀ ਖੜੇ ਹੋਣਗੇ ਉਸ ਰੋਸ ਮਾਰਚ ਦੇ ਵਿੱਚ ਉਹ ਹੋਣਗੇ ਅਕਾਲੀ ਦਲ ਵਾਲੇ ਵੀ, ਕਾਂਗਰਸ ਵਾਲੇ ਵੀ, ਕੁਝ ਜਿਹੜੇ ਗੁਰੂ ਗ੍ਰੰਥ ਸਾਹਿਬ ਜੀ ਨੂੰ ਮੰਨਦੇ ਨੇ। ਤੇ ਮੈਂ ਇਹ ਨਹੀਂ ਕਹਿੰਦਾ ਕਿ ਉਹ ਜ਼ਿਆਦਾ ਮੰਨਦੇ ਨੇ, ਪਰ ਹਾਂ ਜਿਹੜੇ ਗੁਰੂ ਗ੍ਰੰਥ ਸਾਹਿਬ ਦੀ ਹਿਮਾਇਤ ਕਰਨ ਲਈ ਜਾਣਗੇ। ਇੱਥੇ ਆਪਾਂ ਜਿਹੜੀ ਆ 3 ਰੈਲੀਆਂ ਨੇ, ਅਗਰ ਇਹਨਾਂ ਪੈਰਲਲ ਦੀ ਗੱਲ ਕੀਤੀ ਜਾਵੇ ਇਹਨਾਂ ਰੈਲੀਆਂ ਦੀ, ਤੇ ਦੂਜੀਆਂ ਦੋਵਾਂ ਰੈਲੀਆਂ ਦਾ ਕੋਈ ਮੈਨੂੰ ਖਾਸ ਮਕਸਦ ਨਹੀਂ ਦੇਖ ਰਿਹਾ, ਸਿਰਫ ਇਕੱਠ ਦੀ ਗੱਲ ਕੀਤੀ ਜਾ ਰਹੀ ਹੈ। ਪਰ ਹਾਂ ਇਹੀ ਚੀਜ਼ ਮੈਂ ਕਹਿਣ ਦਿਆ ਸੀਗਾ ਕਿ ਅਕਾਲੀ ਦਲ ਨੇ ਹੁਣ ਜਿੰਨੇ ਵੀ ਇਹਦੇ ਵਿੱਚ ਸੁਖਪਾਲ ਖਹਿਰਾ ਦੇ ਨਾਲ ਖੜੇ ਹੋਣਗੇ ਇਸ ਟਾਈਮ ਤੇ, ਉਹਨਾਂ ਦੇ ਵਿੱਚੋਂ ਮੋਸਟਲੀ ਹੋਣਗੇ ਅਕਾਲੀ ਦਲ ਵਾਲੇ। ਕਿਉਂ ਅਕਾਲੀ ਦਲ ਵਾਲੇ ਹੋਣਗੇ? ਕਿਉਂਕਿ ਅਕਾਲੀ ਦਲ ਦਾ ਜਿਹੜਾ ਮੇਨ ਉਹਨਾਂ ਦਾ ਧਰਮ ਦੇ ਨਾਮ ਦੇ ਉੱਤੇ ਸੀਗਾ ਨਾ, ਜਿਹੜਾ ਉਹਨਾਂ ਦਾ ਜਿੰਨਾ ਵੀ ਜਾਲ ਉਹਨਾਂ ਨੇ ਵਿਛਾਇਆ ਸੀਗਾ ਸਾਰਾ ਧਰਮ ਦੇ ਨਾਮ ਤੇ ਸੀਗਾ। ਤੇ ਉਹ ਜਿਹੜੇ ਧਰਮ ਵਾਲੇ ਨੇ ਉਹ ਹੁਣ ਅਕਾਲੀ ਦਲ ਨਾਲੋਂ ਟੁੱਟ ਚੁੱਕੇ ਨੇ। ਤੇ ਯਾਨੀ ਕਿ ਉਹ ਜਿਹੜੀ ਰੈਲੀ ਹੈ ਉਹ ਇੱਕ ਪਾਸਿਓਂ ਤੇ ਉਹਨਾਂ ਦੇ ਜਿਹੜੇ ਨਾਰਾਜ਼ ਲੀਡਰ ਨੇ ਉਹਨਾਂ ਨਾਲੋਂ ਇਫੈਕਟਿਵ ਹੋਗੀ, ਦੂਜੀ ਉਹਦੇ ਨਾਲੋਂ ਇਫੈਕਟ ਹੋਏਗੀ। ਆਪਾਂ ਰੈਲੀ ਨੂੰ ਇੱਕ ਸਾਈਡ ਤੇ ਰੱਖਦੇ ਆ, ਸਿੰਪਲੀ ਸਵਾਲ ਆ ਕਿ ਜੇ ਤੰਦ ਜ਼ਿਆਦਾ ਉਲਝਦੀ ਜਾਂਦੀ ਆ ਤਾਂ ਪ੍ਰਕਾਸ਼ ਸਿੰਘ ਬਾਦਲ ਹੋਣਾ ਨੂੰ ਲੱਗਦਾ ਆ ਕਿ ਸੁਖਬੀਰ ਬਾਦਲ ਨੂੰ ਲਾਂਭੇ ਕਰਕੇ ਥੋੜੇ ਸਮੇਂ ਲਈ ਤੇ ਅਸੀਂ ਪੰਜਾਬ 'ਚ ਅਕਾਲੀ ਦਲ ਨੂੰ ਬਚਾ ਲਈਏ। ਤੇ ਜੇ ਇਸ ਤਰ੍ਹਾਂ ਕੀਤਾ ਜਾਂਦਾ ਆ ਤੇ ਕੀ ਉਹ ਕਿਹੜਾ ਪਰਿਵਾਰ ਅੱਗੇ ਆ ਸਕਦਾ ਹੈ? ਜਾਂ ਮੈਂ ਦੇਖੋ ਇੱਕ ਸੈਕਿੰਡ ਲਈ ਸਮਝੋ, ਮੈਂ ਥੋੜਾ ਜਿਹਾ ਆਨੰਦ ਹੋਰਾਂ ਦੀ ਗੱਲ ਬੜੀ ਵਾਜਬ ਗੱਲ ਹੈ, ਵਾਜਬ ਸਵਾਲ ਹੈ ਕਿ ਸਰੂਪ ਕੀ ਹੋਏਗਾ ਭਵਿੱਖੀ ਅਕਾਲੀ ਦਲ ਦਾ, ਕਿਉਂਕਿ ਕਨਸੋਆਂ ਕੀ ਖਬਰਾਂ ਹੀ ਬਣ ਗਈਆਂ ਨੇ ਜੀ ਇਸ ਤਰੀਕੇ ਦਾ ਆ। ਅਕਾਲੀ ਦਲ ਵਿੱਚ ਪ੍ਰਕਾਸ਼ ਸਿੰਘ ਬਾਦਲ ਹੋਰਾਂ ਨੇ ਆਹ ਮਸਲੇ ਦੇ ਚੱਲਦਿਆਂ ਇੱਕ ਕਨਸੋ ਨਿਕਲ ਕੇ ਆਈ ਸੀ ਕਿ ਬਲਵਿੰਦਰ ਸਿੰਘ ਭੂੰਦੜ ਹੋਰਾਂ ਨੂੰ ਬਾਗਡੋਰ ਕਾਰਜਕਾਰੀ ਜਿਹੜਾ ਆ ਪ੍ਰਧਾਨ ਉਹ ਤਾਂ ਬਿਲਕੁਲ ਉਹਨਾਂ ਦੇ ਇੱਕੋ ਸਿੱਕੇ ਦੇ ਦੋ ਪਹਿਲੂ ਹੋ ਗਏ ਬਣਾ ਦਿੱਤਾ ਜਾਊਗਾ। ਸੋ ਉਹ ਉਹਨਾਂ ਦੇ ਲਾਇਲ ਨੇ, ਇੱਕੋ ਸਿੱਕੇ ਦੇ ਦੋਵੇਂ ਪਹਿਲੂ ਵਾਲੀ ਗੱਲ ਹੋ ਗਈ ਆ। ਪਰ ਉਸ ਗੱਲ ਨੂੰ ਵੀ ਅੰਦਰੋਂ ਅੰਦਰੀ ਟਕਸਾਲੀ ਅਕਾਲੀ ਆਗੂ ਮੰਨਣ ਵਾਸਤੇ ਤਿਆਰ ਨਹੀਂ ਹੈਗੇ। ਇਹਦਾ ਮਤਲਬ ਇਹ ਆ, ਮੈਂ ਇਹਨੂੰ ਕਹੂੰਗਾ ਟਕਸਾਲੀ ਜਮਹੂਰੀਅਤ ਹੋ ਸਕਦੀ ਹੈ, ਜਮਹੂਰੀਅਤ ਹੋ ਸਕਦੀ, ਪਰ ਟਕਸਾਲੀ ਜਮਹੂਰੀਅਤ ਕੌਮੀਆਂ 'ਚ ਰੱਖ ਕੇ ਜਿਹੜਾ ਕਿਹਾ ਜਾ ਸਕਦਾ ਕਿ ਅਕਾਲੀ ਦਲ ਵਿੱਚ ਆਉਣ ਵਾਲੇ ਸਮੇਂ 'ਚ ਟਕਸਾਲੀ ਜਮਹੂਰੀਅਤ ਜੇ ਕਾਇਮ ਹੋ ਜਾਂਦੀ ਹੈ ਤਾਂ ਮੈਨੂੰ ਲੱਗਦਾ ਕੁਛ ਇਸ ਤਰੀਕੇ ਦਾ ਰੂਪ ਬਣ ਸਕਦਾ ਹੈ ਜਾਂ ਬਣਦਾ ਨਜ਼ਰ ਆ ਰਿਹਾ ਆ ਜੇ ਆਪਾਂ ਦੇਖੀਏ ਤਾਂ ਆਉਣ ਵਾਲੇ ਸਮੇਂ ਦੇ ਵਿੱਚ। ਕਾਲੀ ਜੀ ਅਨੁਸਾਰ ਜੇ ਕੁਝ ਤਬਦੀਲੀ ਆਂਦੀ ਹੈ ਤਾਂ ਪੋਜ਼ਿਟਿਵ ਤਬਦੀਲੀ ਵੀ ਹੋ ਸਕਦੀ ਹੈ। ਜੇ ਜਿਨ੍ਹਾਂ ਨੂੰ ਕਾਲੀ ਜੀ ਨੇ ਟਰਮ ਦਿੱਤੀ ਹੈ ਟਕਸਾਲੀ ਜਮਹੂਰੀਅਤ, ਦੇਖਦਾ ਭਵਿੱਖ ਵਿੱਚ ਟਕਸਾਲੀ ਜਮਹੂਰੀਅਤ ਆਂਦੀ ਹੈ ਕਿ ਜਾਂ ਪ੍ਰਕਾਸ਼ ਸਿੰਘ ਬਾਦਲ ਹੋਣੀ ਆਪਣਾ ਕੋਈ ਐਸਾ ਪਾਸਾ ਸੁੱਟਦੇ ਨੇ ਕਿ ਫਿਰ ਅਕਾਲੀ ਦਲ ਉਹਨਾਂ ਦੇ ਕਬਜ਼ੇ ਵਿੱਚ ਆ ਜਾਂਦਾ ਆ। ਬਾਕੀ ਗੱਲਾਂ ਬ੍ਰੇਕ ਤੋਂ ਬਾਅਦ ਮਿਲਦੇ ਆ, ਬ੍ਰੇਕ ਤੋਂ ਬਾਅਦ।